सत श्री अकाल प्यारे बच्चों ਅੱਜ ਅਸੀਂ ਵਸਤੂਆਂ ਨੂੰ ਕਿਲੋਗ੍ਰਾਮਾਂ ਅਤੇ ਗ੍ਰਾਮਾਂ ਵਿੱਚ ਮਾਪਣਾ ਸਿੱਖਾਂਗੇ ਤੇ ਚਲੋ ਸ਼ੁਰੂ ਕਰੀਏ। ਬੱਚਿਓ ਹੁਣ ਤੱਕ ਅਧਿਆਇ 5 ਮਾਪ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਭਾਰੀਆਂ ਵਸਤੂਆਂ ਦਾ ਭਾਰ ਕਿਲੋਗ੍ਰਾਮਾਂ ਤੇ ਹੌਲੀਆਂ ਵਸਤੂਆਂ ਦਾ ਭਾਰ ਗ੍ਰਾਮਾਂ ਵਿੱਚ ਮਾਪਿਆ ਜਾਂਦਾ ਹੈ ਤੇ 1 ਕਿਲੋਗ੍ਰਾਮ ਬਰਾਬਰ 1000 ਗ੍ਰਾਮ ਹੁੰਦੇ ਹਨ। ਭਾਰ ਤੋਲਣ ਲਈ ਬੱਚਿਓ ਕੁਝ ਮਿਆਰੀ ਵੱਟੇ ਹਨ ਜਿਵੇਂ 1 किलोग्राम 500 ग्राम 200 ग्राम 100 ग्राम ਤੇ 50 ग्राम ਦਾ। ਤੇ ਬੱਚਿਓ ਆਓ ਅੱਜ ਇਹਨਾਂ ਵੱਟਿਆਂ ਦੀ ਸਹਾਇਤਾ ਨਾਲ ਅਸੀਂ ਭਾਰ ਤੋਲਣਾ ਸਿੱਖਦੇ ਹਾਂ। ਬੱਚਿਓ ਤੁਸੀਂ ਮਿਆਰੀ ਵੱਟਿਆਂ ਬਾਰੇ ਤਾਂ ਜਾਣ ਚੁੱਕੇ ਹੋ ਤੇ ਬੱਚਿਓ ਇਹ ਤੱਕੜੀ ਹੈ। ਇਸ ਦੀ ਇੱਕ ਸਾਈਡ ਤੇ ਉਹ ਵਸਤੂ ਰੱਖੀ ਜਾਂਦੀ ਹੈ ਜਿਸ ਦਾ ਭਾਰ ਤੋਲਣਾ ਹੋਵੇ ਤੇ ਦੂਸਰੀ ਸਾਈਡ ਤੇ ਮਿਆਰੀ ਵੱਟੇ ਰੱਖੇ ਜਾਂਦੇ ਹਨ। ਬੱਚਿਓ ਮੇਰੇ ਕੋਲ ਕੁਝ ਸੇਬ ਹਨ ਤੇ ਮੈਂ ਇਹਨਾਂ ਦਾ ਭਾਰ ਤੋਲਣਾ ਹੈ। ਬੱਚਿਓ ਦੇਖੋ ਸੇਬਾਂ ਵਾਲਾ ਪੱਲੜਾ ਚੁੱਕਿਆ ਹੋਇਆ ਹੈ, ਭਾਵ ਇਸ ਸਾਈਡ ਤੇ ਭਾਰ ਜ਼ਿਆਦਾ ਹੈ ਤੇ ਸੇਬਾਂ ਦਾ ਭਾਰ ਪਤਾ ਕਰਨ ਲਈ ਦੋਨੋਂ ਪੱਲੜੇ ਬਰਾਬਰ ਕਰਨੇ ਹੋਣਗੇ। ਇਸ ਲਈ ਬੱਚਿਓ ਪਹਿਲਾਂ ਮੈਂ ਇੱਕ ਕਿਲੋਗ੍ਰਾਮ ਵਾਲੇ ਵੱਟੇ ਦੀ ਵਰਤੋਂ ਕਰਦੀ ਹਾਂ ਤੇ ਬੱਚਿਓ ਦੇਖੋ 1 ਕਿਲੋਗ੍ਰਾਮ ਵਾਲੇ ਵੱਟੇ ਦੀ ਵਰਤੋਂ ਕਰਨ ਤੇ ਇਹਨਾਂ ਦੋਨਾਂ ਪੱਲੜਿਆਂ ਵਿੱਚੋਂ ਕੋਈ ਫਰਕ ਨਹੀਂ ਆਇਆ। ਇਸ ਲਈ ਮੈਂ ਹੁਣ ਇੱਕ 500 ਗ੍ਰਾਮ ਦਾ ਵੱਟਾ ਲੈ ਕੇ ਦੇਖਦੀ ਹਾਂ ਤੇ ਬੱਚਿਓ ਦੇਖੋ 500 ਗ੍ਰਾਮ ਵਾਲਾ ਵੱਟਾ ਲੈਣ ਤੇ ਵੱਟਿਆਂ ਵਾਲਾ ਪੱਲੜਾ ਝੁਕ ਗਿਆ ਹੈ, ਭਾਵ ਇਸ ਸਾਈਡ ਤੇ ਭਾਰ ਜ਼ਿਆਦਾ ਹੋ ਗਿਆ ਹੈ। ਇਸ ਲਈ ਹੁਣ 500 ਗ੍ਰਾਮ ਵਾਲੇ ਵੱਟੇ ਦੀ ਜਗ੍ਹਾ ਤੇ ਇੱਕ 200 ਗ੍ਰਾਮ ਦਾ ਵੱਟਾ ਲੈ ਕੇ ਦੇਖਦੀ ਹਾਂ ਤੇ ਬੱਚਿਓ ਦੇਖੋ 200 ਗ੍ਰਾਮ ਵਾਲਾ ਵੱਟਾ ਲੈਣ ਤੇ ਦੋਨੋਂ ਪੱਲੜੇ ਬਰਾਬਰ ਹੋ ਗਏ ਨੇ। ਬੱਚਿਓ ਅਸੀਂ 1 ਕਿਲੋਗ੍ਰਾਮ ਦਾ ਤੇ ਇੱਕ 200 ਗ੍ਰਾਮ ਦੇ ਵੱਟੇ ਦੀ ਵਰਤੋਂ ਕੀਤੀ ਹੈ। ਇਸ ਦਾ ਭਾਵ ਹੈ ਸੇਬਾਂ ਦਾ ਭਾਰ 1 ਕਿਲੋਗ੍ਰਾਮ ਤੇ 200 ਗ੍ਰਾਮ ਹੈ। ਬੱਚਿਓ ਆਓ ਹੁਣ ਇਸੇ ਤੇ ਆਧਾਰਿਤ ਹੀ ਅਸੀਂ ਅਭਿਆਸ 5.6 ਦੇ ਸਵਾਲ ਹੱਲ ਕਰਦੇ ਹਾਂ। ਦੂਸਰਾ ਸਵਾਲ ਹੈ ਪਤਾ ਕਰੋ। ਇਸ ਵਿੱਚ ਬੱਚਿਓ ਸਾਨੂੰ ਇੱਕ ਸਾਈਡ ਤੇ ਕੁਝ ਵਸਤੂਆਂ ਦਿੱਤੀਆਂ ਨੇ ਤੇ ਅਸੀਂ ਉਹਨਾਂ ਦਾ ਭਾਰ ਪਤਾ ਕਰਨਾ ਹੈ ਤੇ ਇਸ ਦਾ ਇਹ ਭਾਗ ਹੱਲ ਕਰਦੇ ਹਾਂ। ਗਾਜਰਾਂ ਦਾ ਭਾਰ ਡੈਸ਼ ਕਿਲੋਗ੍ਰਾਮ ਤੇ ਡੈਸ਼ ਗ੍ਰਾਮ ਹੈ। ਆਓ ਬੱਚਿਓ ਗਾਜਰਾਂ ਦਾ ਭਾਰ ਤੱਕੜੀ ਅਤੇ ਵੱਟਿਆਂ ਦੀ ਮਦਦ ਨਾਲ ਤੋਲ ਕੇ ਪਤਾ ਕਰਦੇ ਹਾਂ। ਬੱਚਿਓ ਗਾਜਰਾਂ ਦਾ ਪੱਲੜਾ ਦੇਖੋ ਝੁਕਿਆ ਹੋਇਆ ਹੈ, ਭਾਵ ਗਾਜਰਾਂ ਵਾਲੇ ਹਿੱਸੇ ਵੱਲ ਭਾਰ ਜ਼ਿਆਦਾ ਹੈ ਤੇ ਬੱਚਿਓ ਗਾਜਰਾਂ ਦਾ ਭਾਰ ਪਤਾ ਕਰਨ ਲਈ ਦੋਨੋਂ ਪੱਲੜੇ ਬਰਾਬਰ ਕਰਨੇ ਹੋਣਗੇ। ਇਸ ਲਈ ਮੈਂ ਪਹਿਲਾਂ ਇੱਕ ਕਿਲੋਗ੍ਰਾਮ ਦਾ ਵੱਟਾ ਲੈਂਦੀ ਹਾਂ ਤੇ ਬੱਚਿਓ ਦੇਖੋ 1 ਕਿਲੋਗ੍ਰਾਮ ਦਾ ਵੱਟਾ ਲੈਣ ਤੇ ਦੋਨਾਂ ਪੱਲੜਿਆਂ ਵਿੱਚ ਕੋਈ ਫਰਕ ਨਹੀਂ ਆਇਆ। ਇਸ ਲਈ ਮੈਂ ਹੁਣ ਇੱਕ 500 ਗ੍ਰਾਮ ਦਾ ਵੱਟਾ ਲੈ ਕੇ ਦੇਖਦੀ ਹਾਂ ਤੇ ਬੱਚਿਓ ਦੇਖੋ 500 ਗ੍ਰਾਮ ਵਾਲਾ ਵੱਟਾ ਲੈਣ ਤੇ ਦੋਨੋਂ ਪੱਲੜੇ ਬਰਾਬਰ ਹੋ ਗਏ ਨੇ। ਇਸ ਤਰ੍ਹਾਂ ਬੱਚਿਓ ਅਸੀਂ ਇੱਕ ਕਿਲੋਗ੍ਰਾਮ ਦਾ ਤੇ ਇੱਕ 500 ਗ੍ਰਾਮ ਦੇ ਵੱਟੇ ਦੀ ਵਰਤੋਂ ਕੀਤੀ ਹੈ। ਇਸ ਦਾ ਭਾਵ ਹੈ ਗਾਜਰਾਂ ਦਾ ਭਾਰ 1 ਕਿਲੋਗ੍ਰਾਮ ਤੇ 500 ਗ੍ਰਾਮ ਹੈ। ਬੱਚਿਓ ਚਲੋ ਹੁਣ ਅਸੀਂ ਇਸ ਨੂੰ ਲਿਖਤੀ ਰੂਪ ਵਿੱਚ ਹੱਲ ਕਰਦੇ ਹਾਂ। ਗਾਜਰਾਂ ਦਾ ਭਾਰ 1 ਕਿਲੋਗ੍ਰਾਮ 500 ਗ੍ਰਾਮ ਹੈ। ਬੱਚਿਓ ਜਦੋਂ ਕਿਸੇ ਵਸਤੂ ਦਾ ਤੱਕੜੀ ਅਤੇ ਵੱਟਿਆਂ ਦੀ ਵਰਤੋਂ ਤੋਂ ਬਿਨਾਂ ਭਾਰ ਪਤਾ ਕਰਨਾ ਹੋਵੇ ਤੇ ਅਸੀਂ ਉਸ ਨੂੰ ਹੱਥ ਵਿੱਚ ਫੜ ਕੇ ਉਸ ਦਾ ਭਾਰ ਪਤਾ ਕਰ ਸਕਦੇ ਹਾਂ ਤੇ ਉਸ ਨੂੰ ਅਨੁਮਾਨਿਤ ਭਾਰ ਕਹਿੰਦੇ ਹਨ। ਬੱਚਿਓ ਮੈਂ ਗਣਿਤ ਦੀ ਕਿਤਾਬ ਨੂੰ ਹੱਥ ਵਿੱਚ ਫੜ ਕੇ ਇਸ ਦਾ ਅਨੁਮਾਨਿਤ ਭਾਰ ਪਤਾ ਕਰਦੀ ਪਈ ਹਾਂ ਤੇ ਮੈਨੂੰ ਲੱਗਦਾ ਹੈ ਇਸ ਦਾ ਅਨੁਮਾਨਿਤ ਭਾਰ ਲਗਭਗ 200 ਗ੍ਰਾਮ ਹੈ। ਤੇ ਚਲੋ ਬੱਚਿਓ ਹੁਣ ਅਸੀਂ ਇਸ ਦਾ ਤੱਕੜੀ ਅਤੇ ਵੱਟਿਆਂ ਦੀ ਮਦਦ ਨਾਲ ਅਸਲ ਭਾਰ ਪਤਾ ਕਰਦੇ ਹਾਂ। ਬੱਚਿਓ ਦੇਖੋ ਗਣਿਤ ਦੀ ਕਿਤਾਬ ਦਾ ਅਸਲ ਭਾਰ ਪਤਾ ਕਰਨ ਲਈ ਪਹਿਲਾਂ ਮੈਂ ਇੱਕ 200 ਗ੍ਰਾਮ ਦੇ ਵੱਟੇ ਦੀ ਵਰਤੋਂ ਕੀਤੀ ਹੈ ਤੇ ਬੱਚਿਓ ਦੇਖੋ 200 ਗ੍ਰਾਮ ਵਾਲੇ ਵੱਟੇ ਦੀ ਵਰਤੋਂ ਕਰਨ ਤੇ ਵੀ ਗਣਿਤ ਦੀ ਕਿਤਾਬ ਵਾਲਾ ਹਿੱਸਾ ਹੀ ਚੁੱਕਿਆ ਹੋਇਆ ਹੈ। ਇਸ ਲਈ ਬੱਚਿਓ ਹੁਣ ਮੈਂ ਇੱਕ 100 ਗ੍ਰਾਮ ਦੇ ਵੱਟੇ ਦੀ ਵਰਤੋਂ ਕਰਦੀ ਹਾਂ ਤੇ ਬੱਚਿਓ 100 ਗ੍ਰਾਮ ਦੇ ਵੱਟੇ ਦੀ ਵਰਤੋਂ ਕਰਨ ਤੇ ਵੱਟਿਆਂ ਵਾਲਾ ਪੱਲੜਾ ਚੁੱਕਿਆ ਹੈ। ਇਸ ਲਈ ਮੈਂ ਹੁਣ 100 ਗ੍ਰਾਮ ਵਾਲੇ ਵੱਟੇ ਦੀ ਜਗ੍ਹਾ ਤੇ ਇੱਕ 50 ਗ੍ਰਾਮ ਵਾਲੇ ਵੱਟੇ ਦੀ ਵਰਤੋਂ ਕਰਦੀ ਹਾਂ ਤੇ ਬੱਚਿਓ ਦੇਖੋ 50 ਗ੍ਰਾਮ ਵਾਲੇ ਵੱਟੇ ਦੀ ਵਰਤੋਂ ਕਰਨ ਤੇ ਦੋਨੋਂ ਪੱਲੜੇ ਬਰਾਬਰ ਹੋ ਗਏ ਨੇ। ਇਸ ਤਰ੍ਹਾਂ ਬੱਚਿਓ ਅਸੀਂ ਇੱਕ 200 ਗ੍ਰਾਮ ਦੇ ਤੇ ਇੱਕ 50 ਗ੍ਰਾਮ ਦੇ ਵੱਟੇ ਦੀ ਵਰਤੋਂ ਕੀਤੀ ਹੈ ਤੇ ਇਸ ਦਾ ਭਾਵ ਹੈ ਗਣਿਤ ਦੀ ਕਿਤਾਬ ਦਾ ਭਾਰ 250 ਗ੍ਰਾਮ ਹੈ। ਤੇ ਬੱਚਿਓ ਦੇਖੋ ਅਸੀਂ ਗਣਿਤ ਦੀ ਕਿਤਾਬ ਦਾ ਅਨੁਮਾਨਿਤ ਭਾਰ ਉਸ ਨੂੰ ਹੱਥ ਵਿੱਚ ਫੜ ਕੇ ਅਤੇ ਅਸਲ ਭਾਰ ਤੱਕੜੀ ਅਤੇ ਵੱਟਿਆਂ ਦੀ ਮਦਦ ਨਾਲ ਪਤਾ ਕੀਤਾ ਹੈ। ਇਸੇ ਤਰ੍ਹਾਂ ਹੀ ਬੱਚਿਓ ਤੁਸੀਂ ਵੀ
ਅਭਿਆਸ 5.6 ਦਾ ਤੀਸਰਾ ਸਵਾਲ ਹੱਲ ਕਰਨਾ ਹੈ। ਇਸ ਵਿੱਚ ਤੁਸੀਂ ਕੁਝ ਵਸਤੂਆਂ ਲੈਣੀਆਂ ਹਨ ਤੇ ਉਹਨਾਂ ਦਾ ਅਨੁਮਾਨਿਤ ਭਾਰ ਅਤੇ ਅਸਲ ਭਾਰ ਪਤਾ ਕਰਨਾ ਹੈ। ਬੱਚਿਓ, ਹੁਣ ਅਸੀਂ ਪੈਸ ਨਾਲ ਸੰਬੰਧਿਤ ਇੱਕ ਸਵਾਲ ਹੱਲ ਕਰਦੇ ਹਾਂ। ਲੱਡੂਆਂ ਦਾ ਭਾਰ ਕਿੰਨਾ ਹੈ? ਇਸ ਲਈ ਸਾਨੂੰ 4 ਆਪਸ਼ਨਸ ਦਿੱਤੀਆਂ ਨੇ। ਊੜਾ 2 ਕਿਲੋਗ੍ਰਾਮ 100 ਗ੍ਰਾਮ, ਐੜਾ 1 ਕਿਲੋਗ੍ਰਾਮ 200 ਗ੍ਰਾਮ, ਈੜੀ 1 ਕਿਲੋਗ੍ਰਾਮ 100 ਗ੍ਰਾਮ ਤੇ ਸੱਸਾ 2 ਕਿਲੋਗ੍ਰਾਮ 200 ਗ੍ਰਾਮ। ਬੱਚਿਓ, ਤਸਵੀਰ ਵਿੱਚ ਦੇਖੋ, ਇੱਕ ਸਾਈਡ ਤੇ ਲੱਡੂ ਨੇ ਤੇ ਦੂਸਰੀ ਸਾਈਡ ਤੇ ਵੱਟੇ ਨੇ ਤੇ ਕਿੰਨੇ ਕਿੰਨੇ ਦਾ ਵੱਟਾ ਹੈ? ਹਾਂਜੀ, ਇੱਕ 1 ਕਿਲੋਗ੍ਰਾਮ ਦਾ ਤੇ ਇੱਕ 200 ਗ੍ਰਾਮ ਦਾ। ਇਸ ਦਾ ਭਾਵ ਹੈ ਲੱਡੂਆਂ ਦਾ ਭਾਰ 1 ਕਿਲੋਗ੍ਰਾਮ ਤੇ 200 ਗ੍ਰਾਮ ਹੈ। ਇਸ ਲਈ ਬੱਚਿਓ, ਐੜੇ ਵਾਲੀ ਆਪਸ਼ਨ ਸਹੀ ਹੈ ਤੇ ਐੜੇ ਵਾਲੀ ਆਪਸ਼ਨ ਤੇ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਬੱਚਿਓ, ਤੁਸੀਂ ਸਾਰਿਆਂ ਨੇ ਅਭਿਆਸ 5.6 ਦਾ ਦੂਸਰਾ ਅਤੇ ਤੀਸਰਾ ਸਵਾਲ ਹੱਲ ਕਰਨਾ ਹੈ। ਧੰਨਵਾਦ ਬੱਚਿਓ।